12ਵੀਂ ਸ਼੍ਰੇਣੀ 94ਵੀਂ ਪੰਜਾਬੀ ਵਿਸ਼ਾ ਸਾਰੇ ਵਿਦਿਆਰਥੀਆਂ ਦਾ ਸਵਾਗਤ ਇਸਤਕਬਾਲ। ਬੱਚਿਓ, ਆਪਾਂ ਪੰਜਾਬੀ ਸਾਹਿਤ ਦਾ ਅਧਿਐਨ ਕਰਦੇ ਹਾਂ, ਬਹੁਤ ਸਾਰੇ ਕਿੱਸਿਆਂ ਨੂੰ ਪੜ੍ਹਦੇ ਹਾਂ, ਪਰ ਅੱਜ ਆਪਾਂ ਇੱਕ ਅਜਿਹੇ ਵਿਲੱਖਣ ਕਿੱਸੇ ਨੂੰ ਪੜ੍ਹਾਂਗੇ ਜੋ ਕਿ ਬਾਕੀ ਕਿੱਸਿਆਂ ਦੇ ਨਾਲੋਂ ਬਹੁਤ ਵਿਸ਼ੇਸ਼ ਹੈ। ਉਸ ਦਾ ਕਾਰਨ ਇਹ ਹੈ ਕਿ ਇਹ ਕਿੱਸਾ ਹੈ ਸਦਾਚਾਰਕ ਕਿੱਸਾ, ਜਿਹੜਾ ਕਿ ਨੈਤਿਕਤਾ ਦਾ ਉੱਚੇ ਆਚਰਣ ਦਾ ਮਹੱਤਵ ਸਪਸ਼ਟ ਕਰਦਾ। ਸੋ ਆਪਾਂ ਪੜਾਂਗੇ ਪੂਰਨ ਭਗਤ ਦਾ ਕਿੱਸਾ, ਜਿਸ ਨੂੰ ਲਿਖਿਆ ਹੈ ਕਾਦਰ ਯਾਰ ਨੇ। ਇਸ ਵਿੱਚ ਆਪਾਂ ਜਿੱਥੇ ਆਪਣੇ ਜੋਗ ਮਤ ਬਾਰੇ ਜਾਣਾਂਗੇ, ਮਿਥਿਹਾਸਕ ਕਥਾ ਬਾਰੇ ਜਾਣਾਂਗੇ, ਉੱਥੇ ਕਾਦਰ ਯਾਰ ਦੇ ਲਿਖਣ ਦੇ ਢੰਗ ਦੀਆਂ ਖੂਬੀਆਂ ਬਾਰੇ ਵੀ ਜਾਣਾਂਗੇ। ਤੇ ਆਓ ਸ਼ੁਰੂ ਕਰਦੇ ਹਾਂ ਇਹ ਸਾਹਿਤਿਕ ਪੜ੍ਹਤ। ਆਓ ਪੜ੍ਹਦੇ ਹਾਂ ਕਾਦਰ ਯਾਰ ਦੀ ਸਦਾਚਾਰਕ ਰਚਨਾ ਪੂਰਨ ਭਗਤ ਵਿੱਚੋਂ ਉਹ ਹਿੱਸੇ ਜਿਹੜੇ ਤੁਹਾਡੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਦੇ ਵਿੱਚ ਸ਼ਾਮਿਲ ਹਨ। ਅਸਲ ਦੇ ਵਿੱਚ ਇਹ ਕਿੱਸਾ ਕਾਫੀ ਵੱਡਾ ਹੈ, ਪਰ ਤੁਹਾਡੀ ਕਿਤਾਬ ਦੇ ਵਿੱਚ ਵਿੱਚੋਂ ਕੁਝ ਅੰਸ਼ ਲੈ ਕੇ ਉਹਨਾਂ ਨੂੰ ਇਕੱਠੇ ਕਰਕੇ ਸ਼ਾਮਿਲ ਕੀਤਾ ਗਿਆ ਹੈ। ਸੋ ਇਹਦੇ ਲਈ ਜ਼ਰੂਰੀ ਆ ਕਿ ਪਹਿਲਾਂ ਆਪਾਂ ਉਹ ਕਿੱਸੇ 'ਤੇ ਝਾਤੀ ਮਾਰੀਏ, ਉਸ ਦੀ ਕਹਾਣੀ ਨੂੰ ਦੁਹਰਾਈਏ, ਜਿਹੜੀ ਕਿ ਤੁਸੀਂ 11ਵੀਂ ਸ਼੍ਰੇਣੀ ਦੇ ਵਿੱਚ ਲਾਜ਼ਮੀ ਪੰਜਾਬੀ 'ਚ ਵੀ ਪੂਰਨ ਭਗਤ ਦੇ ਕਿੱਸੇ ਵਿੱਚ ਪੜ੍ਹੀ ਸੀ। ਸਿਆਲਕੋਟ ਦੇ ਰਾਜੇ ਸਲਵਾਨ ਦੀਆਂ 2 ਰਾਣੀਆਂ ਸੀ। ਰਾਣੀ ਇੱਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ। ਬਾਅਦ ਵਿੱਚ ਰਾਜੇ ਨੇ ਇੱਕ ਜਵਾਨ ਕੁੜੀ ਲੂਣਾ ਦੇ ਨਾਲ ਵਿਆਹ ਕਰਾਇਆ। ਜਦ ਇੱਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ ਤਾਂ ਜੋਤਸ਼ੀਆਂ ਦੇ ਦੱਸੇ ਮੁਤਾਬਕ ਪੂਰਨ ਨੂੰ 12 ਸਾਲ ਰਾਜੇ ਦਾ ਮੂੰਹ ਦੇਖਣਾ ਅਸ਼ੁਭ ਮੰਨਿਆ ਗਿਆ ਤੇ ਉਸ ਨੂੰ ਭੋਰੇ ਵਿੱਚ ਪਾਇਆ ਗਿਆ। ਉਸ ਪਿੱਛੋਂ ਜਦੋਂ ਪੂਰਨ ਭੋਰੇ 'ਚੋਂ ਬਾਹਰ ਨਿਕਲਿਆ ਤਾਂ ਉਹਦਾ ਰੰਗ ਰੂਪ ਵੇਖ ਕੇ ਉਸ ਦੀ ਮਤਰੇਈ ਮਾਂ ਲੂਣਾ, ਜਿਹੜੀ ਕਿ ਉਹਦੇ ਹਾਣ ਦੀ ਸੀ, ਉਸ 'ਤੇ ਮੋਹਿਤ ਹੋ ਗਈ। ਉਹ ਸਦਾਚਾਰਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਉਸ ਨੂੰ ਆਪਣੇ ਪੁੱਤਰ ਦੀ ਥਾਂ 'ਤੇ ਆਪਣਾ ਪਤੀ ਜਾਂ ਪ੍ਰੇਮੀ ਸਵੀਕਾਰ ਕਰਨ ਲੱਗ ਪਈ। ਪਰ ਪੂਰਨ ਜੱਤ ਸੱਤ 'ਚ ਪੂਰਾ ਸੀ, ਉਸ ਨੇ ਇਸ ਗੱਲ ਨੂੰ ਨਾ ਮੰਨਿਆ। ਲੂਣਾ ਨੇ ਆਪਣੀ ਬੇਇੱਜ਼ਤੀ ਸਮਝਦਿਆਂ ਹੋਇਆਂ ਠੁਕਰਾਏ ਜਾਣ ਦਾ ਬਦਲਾ ਇਸ ਤਰ੍ਹਾਂ ਲਿਆ ਕਿ ਰਾਜਾ ਸਲਵਾਨ ਨੂੰ ਪੂਰਨ ਦੇ ਵਿਰੁੱਧ ਝੂਠੀਆਂ ਸ਼ਿਕਾਇਤਾਂ ਲਾ ਕੇ ਭੜਕਾ ਦਿੱਤਾ। ਉਕਸਾਇਆ ਹੋਇਆ ਰਾਜਾ ਸਲਵਾਨ ਬਿਨਾਂ ਸੱਚ ਝੂਠ ਦੀ ਪਛਾਣ ਕੀਤਿਆਂ ਇੰਨਾ ਜ਼ਿਆਦਾ ਖਿੱਚ ਗਿਆ ਤੇ ਉਸ ਨੇ ਗੁੱਸੇ 'ਚ ਆ ਕੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਪੂਰਨ ਨੂੰ ਵੱਢ ਦੇਣ। ਪੂਰਨ ਨੇ ਤਾਂ ਆਪਣੀ ਸਕੀ ਮਾਂ ਇੱਛਰਾਂ ਦੇ ਦਰਸ਼ਨ ਵੀ ਨਹੀਂ ਸੀ ਕੀਤੇ ਕਿ ਜਲਾਦ ਉਸ ਨੂੰ ਖੂਹ ਕੋਲ ਲੈ ਗਏ ਤੇ ਉਸ ਨੂੰ ਹੱਥ ਪੈਰ ਵੱਢ ਕੇ ਖੂਹ ਵਿੱਚ ਸੁੱਟ ਦਿੱਤਾ, ਪਰ ਉਸ ਦੀ ਜਾਨ ਨਹੀਂ ਖੋਹੀ। ਜਦੋਂ ਪੂਰਨ ਖੂਹ ਦੇ ਵਿੱਚ ਪਿਆ ਸੀ ਤਾਂ ਕੁਦਰਤੀ ਉੱਥੋਂ ਦੀ ਗੁਰੂ ਗੋਰਖਨਾਥ ਤੇ ਉਸ ਦੇ ਸਾਥੀਆਂ ਦੀ ਜੋਗੀਆਂ ਵਾਲੀ ਟੋਲੀ ਲੰਘੀ। ਉਹਨਾਂ ਨੇ ਪੂਰਨ ਦੀ ਹਾਏ ਹਾਏ ਦੀ ਆਵਾਜ਼ ਸੁਣ ਕੇ ਉਸ ਨਾਲ ਗੱਲਬਾਤ ਕੀਤੀ। ਇੱਕ ਕੱਚਾ ਸੂਤ ਦਾ ਧਾਗਾ ਖੂਹ ਵਿੱਚ ਲਮਕਾਇਆ, ਕਿਉਂਕਿ ਪੂਰਨ ਸੱਚਾ ਸੀ ਤੇ ਸੱਚਮੁੱਚ ਹੀ ਪੂਰਨ ਸੀ, ਆਪਣੇ ਜੱਤ ਸੱਤ ਦੇ ਵਿੱਚ ਪੂਰਾ ਸੀ। ਇਸ ਕਰਕੇ ਉਹ ਬਾਹਰ ਵੀ ਆ ਗਿਆ। ਉਸ ਦੀ ਸੱਚਾਈ ਜਾਣ ਕੇ, ਉਸ ਦਾ ਦੁੱਖ ਦਰਦ ਸਭ ਕੁਝ ਸੁਣ ਕੇ ਗੋਰਖਨਾਥ ਨੇ ਉਸ ਨੂੰ 9/9 ਕਰ ਦਿੱਤਾ, ਸਹੀ ਕਰ ਦਿੱਤਾ, ਤੰਦਰੁਸਤ ਕਰ ਦਿੱਤਾ ਤੇ ਪੂਰਨ ਨੂੰ ਆਪਣੀ ਟੋਲੀ ਦੇ ਨਾਲ ਹੀ ਰਲਾ ਲਿਆ। ਉਸ ਪਿੱਛੋਂ ਪੂਰਨ ਭਾਵੇਂ ਦੁਨੀਆ ਵੱਲੋਂ ਉਸ ਨੂੰ ਬਹੁਤ ਸਾਰੀਆਂ ਪੇਸ਼ਕਸ਼ਾਂ ਆਈਆਂ, ਰਾਣੀ ਸੁੰਦਰਾਂ ਨੇ ਉਸ ਨਾਲ ਪਿਆਰ ਪਾਉਣਾ ਚਾਹਿਆ, ਪਰ ਪੂਰਨ ਨੇ ਆਪਣਾ ਜੱਤ ਸੱਤ ਤੇ ਜੋਗੀਆਂ ਵਾਲਾ ਧਰਮ ਕਾਇਮ ਰੱਖਦਿਆਂ ਹੋਇਆਂ ਆਪਣੀ ਤਿਆਗ ਭਰੀ ਜ਼ਿੰਦਗੀ ਜਿਉਈ। ਇੱਕ ਵਾਰੀ ਜਦੋਂ ਉਹ ਫਿਰ ਸਿਆਲਕੋਟ ਵੱਲ ਆਇਆ ਤਾਂ ਆਪਣੀ ਸਕੀ ਮਾਤਾ ਰਾਣੀ ਇੱਛਰਾਂ ਨੂੰ ਮਿਲਿਆ, ਜੋ ਕਿ ਉਸ ਦੇ ਵਿਛੋੜੇ 'ਚ ਅੰਨੀ ਹੋਈ ਪਈ ਸੀ। ਪਰ ਪੂਰਨ ਨੂੰ ਮਿਲ ਕੇ ਉਸ ਦੀਆਂ ਅੱਖਾਂ ਦੀ ਜੋਤ ਵੀ ਵਾਪਸ ਆ ਗਈ। ਰਾਜੇ ਦਾ ਸੁੱਕਾ ਬਾਗ ਵੀ ਇਸ ਕਿਹਾ ਜਾਂਦਾ ਹੈ ਕਿ ਹਰਾ ਹੋ ਗਿਆ। ਤੇ ਉੱਥੇ ਹੀ ਰਾਣੀ ਲੂਣਾ ਆਈ, ਜੋ ਸਲਵਾਨ ਦੇ ਨਾਲ ਆਈ ਸੀ, ਕਾਫੀ ਨਿਰਾਸ਼ ਸੀ ਤੇ ਆਪਣੇ ਲਈ ਕੋਈ ਪੁੱਤਰ ਦੀ ਦਾਤ ਮੰਗ ਰਹੀ ਸੀ। ਪੂਰਨ ਨੇ ਉਸ ਨੂੰ ਸਭ ਜਦੋਂ ਸੱਚ ਦੱਸਿਆ ਤਾਂ ਰਾਣੀ ਲੂਣਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੂਰਨ ਨੇ ਵਰਦਾਨ ਦਿੱਤਾ ਤੇ ਰਾਜਾ ਸਲਵਾਨ ਤੇ ਰਾਣੀ ਲੂਣਾ ਦੇ ਘਰ ਰਾਜਾ ਰਸਾਲੂ ਦੀ ਦਾਤ ਬਖਸ਼ੀ ਗਈ ਸੀ। ਸੋ ਹੁਣ ਇਸ ਤੁਹਾਡੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਇਹ ਕਿੱਸਾ ਕਿੱਥੋਂ ਸ਼ਾਮਿਲ ਕੀਤਾ ਗਿਆ। ਪਹਿਲਾਂ ਉਹ ਹਾਲ ਜੋ ਪੂਰਨ ਗੁਰੂ ਗੋਰਖ ਨੂੰ ਦੱਸਦਾ ਹੈ। ਸੋ ਉੱਥੋਂ ਤੁਹਾਡੀ ਪਹਿਲੀ ਕਵਿਤਾ ਸ਼ੁਰੂ ਹੁੰਦੀ ਹੈ, ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦੱਸਣਾ। ਅਲਫ ਆਖ ਸੁਣਾਵਦਾ ਗੁਰੂ ਤਾਈਂ, ਕਿੱਸਾ ਹਾਲ ਹਕੀਕਤਾਂ ਖੋਲ ਕੇ ਜੀ।
ਨੇਕੀ ਮਾਏ ਤੇ ਬਾਪ ਦੀ ਯਾਦ ਕਰਕੇ, ਸਭੋ ਦੱਸਦਾ ਉਸ ਨੂੰ ਫੋਲ ਕੇ ਜੀ। ਤੇ ਜਦੋਂ ਵੀ ਆਪਾਂ ਪ੍ਰਸੰਗ ਵਿਆਖਿਆ ਕਰਨੀ ਹੈ ਬੱਚਿਓ, ਤਾਂ ਆਪਾਂ 5 ਕੱਕਿਆਂ ਦਾ ਖਿਆਲ ਜ਼ਰੂਰ ਰੱਖਣਾ। ਪਹਿਲਾ ਕਿਤਾਬ, ਜਿਸ ਵਿੱਚੋਂ ਕਵਿਤਾ ਲਈ। ਦੂਸਰਾ ਕਵੀ, ਜਿਸ ਦੀ ਰਚਨਾ। ਤੀਸਰਾ ਕਵਿਤਾ, ਜਿਸ ਵਿੱਚ ਇਹ ਸ਼ਾਮਿਲ ਹੈ ਇਹ ਸਤਰਾਂ। ਚੌਥਾ ਪੰਜਵਾਂ ਉਹ ਨੁਕਤੇ ਨੇ ਜਿਹਦੇ ਆਧਾਰ 'ਤੇ ਅਸੀਂ ਇਹ ਦੇਖਦੇ ਹਾਂ ਕਿ ਸ਼ਬਦ ਕਿਸ ਨੇ ਕਿਸ ਨੂੰ ਕਹੇ, ਜਾਂ ਕਿਉਂ ਕਹੇ, ਕਦੋਂ ਕਹੇ, ਕਿੱਥੇ ਕਹੇ। ਸੋ ਇਸ ਤਰ੍ਹਾਂ ਦੇ ਕੱਕਿਆਂ ਦਾ ਖਿਆਲ ਰੱਖਦੇ ਆਪਾਂ ਪ੍ਰਸੰਗ ਲਿਖਾਂਗੇ ਕਿ ਸਾਡੀ ਪਾਠ ਪੁਸਤਕ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਵਿੱਚੋਂ ਇਹ ਜਿਹੜੀ ਰਚਨਾ ਹੈ ਲਈ ਗਈ ਹੈ, ਜੋ ਕਿ ਕਵੀ ਕਾਦਰ ਯਾਰ ਦੇ ਸਦਾਚਾਰਕ ਕਿੱਸੇ ਪੂਰਨ ਭਗਤ ਵਿੱਚੋਂ ਲਈ ਗਈ ਹੈ। ਅਤੇ ਜਿਹੜੀਆਂ ਸਤਰਾਂ ਨੇ, ਇਹ ਕਵਿਤਾ ਦੇ ਭਾਗ ਪੂਰਨ ਦਾ ਗੁਰੂ ਗੋਰਖ ਨੂੰ ਆਪਣਾ ਹਾਲ ਦੱਸਣਾ ਉਹਦੇ ਵਿੱਚੋਂ ਆ। ਅਗਰ ਤੁਸੀਂ ਇਹ ਸਿਰਲੇਖ ਭੁੱਲ ਵੀ ਜਾਓ ਤਾਂ ਕੋਈ ਜ਼ਿਆਦਾ ਵੱਡੀ ਪਰੇਸ਼ਾਨੀ ਨਹੀਂ ਹੈ, ਪਰ ਤੁਹਾਨੂੰ ਇੰਨਾ ਕੁ ਯਾਦ ਜ਼ਰੂਰ ਹੋਣਾ ਚਾਹੀਦਾ ਕਿ ਪੂਰਨ ਭਗਤ ਦਾ ਕਿੱਸਾ ਜਿਹੜਾ ਕਿ ਕਾਦਰ ਯਾਰ ਨੇ ਲਿਖਿਆ ਸੀ, ਉਸ ਵਿੱਚੋਂ ਇਹ ਸਤਰਾਂ ਹਨ। ਸਭ ਤੋਂ ਪਹਿਲਾਂ ਅਲਫ ਆਖ ਸੁਣਾਵਦਾ ਗੁਰੂ ਤਾਈਂ, ਕਿੱਸਾ ਹਾਲ ਹਕੀਕਤਾਂ ਖੋਲ੍ਹ ਕੇ ਜੀ। ਨੇਕੀ ਮਾਏ ਤੇ ਬਾਪ ਦੀ ਯਾਦ ਕਰਕੇ, ਸਭੇ ਦੱਸਦਾ ਉਸ ਨੂੰ ਫੋਲ ਕੇ ਜੀ। ਗੁਰੂ ਨਾਥ ਜਾ ਉਸ ਤੇ ਦਰਦ ਰੁੰਨਾ, ਹੰਝੂ ਰੱਥ ਦੀਆਂ ਅੱਖੀਂ ਡੋਲ ਕੇ ਜੀ। ਕਾਦਰ ਯਾਰ ਸੁਣਾਵਦਾ ਗੱਲ ਸਭੇ, ਸੁਖਨ ਦਰਦ ਫਿਰਾਕ ਦੇ ਬੋਲ ਕੇ ਜੀ। ਸੋ ਇਹ ਸਤਰਾਂ ਦੇ ਵਿੱਚ ਜਿਹੜਾ ਪਹਿਲਾਂ ਅਲਫ ਸ਼ਬਦ ਆਇਆ ਉਹ ਮੈਂ ਦੱਸ ਦੇਵਾਂ। ਇਹ ਉਰਦੂ ਫਾਰਸੀ ਦਾ ਅੱਖਰ ਹੈ ਅਲਫ, ਜਿਹਦੀ ਅ ਦੀ ਆਵਾਜ਼ ਹੁੰਦੀ ਹੈ। ਜਦੋਂ ਵੀ ਕੋਈ ਸਤਰ ਦਾ ਆਰੰਭ, ਕਿਸੇ ਤੁਕ ਦਾ ਆਰੰਭ ਅ ਦੀ ਆਵਾਜ਼ ਵਾਲੇ ਅੱਖਰ ਸ਼ਬਦਾਂ ਨਾਲ ਹੋਵੇ ਤਾਂ ਅੱਗੋਂ ਉਸ ਦਾ ਅੱਖਰ ਲਗਾ ਦਿੱਤਾ ਜਾਂਦਾ ਹੈ। ਜਿਵੇਂ ਅਸੀਂ ਜੇ ਆਖ ਸੁਣਾਵਦਾ ਬਾਰੇ ਕਹਿੰਦੇ ਤਾਂ ਅਸੀਂ ਜੇ ਗੁਰਮੁਖੀ ਦਾ ਲਾਉਣਾ ਹੁੰਦਾ ਤਾਂ ਆੜਾ ਅੱਖਰ ਲਗਾਉਣਾ ਸੀ, ਆੜਾ ਆਖ ਸੁਣਾਵਦਾ। ਪਰ ਇੱਥੇ ਅਰਬੀ ਫਾਰਸੀ ਦੀ ਗੱਲ ਆ, ਸੀ ਹਰਫੀਆਂ 'ਚ ਇਹ ਸਾਹਿਤ ਰੂਪ ਸੀ ਹਰਫੀਆਂ ਦੇ ਵਿੱਚ ਰਿਵਾਜ ਹੈ। ਇਸ ਕਰਕੇ ਸੀ ਹਰਫੀ ਦਾ ਮਤਲਬ ਹੁੰਦਾ ਹੈ 30 ਅੱਖਰਾਂ ਵਾਲੀ। ਸੀ ਦਾ ਮਤਲਬ 30, ਹਰਫ ਹੋ ਗਏ ਅੱਖਰ। ਅਰਬੀ ਫਾਰਸੀ ਦੇ 30 ਅੱਖਰ ਹੈ। ਜੇ ਉਹਨਾਂ ਨਾਲ ਸ਼ੁਰੂ ਹੋਣ ਵਾਲੀ ਜਿਹੜੀ ਵੀ ਕੋਈ ਆਵਾਜ਼, ਕੋਈ ਰਚਨਾ ਹੁੰਦੀ ਆ ਤਾਂ ਉਹ ਤੁਕ ਦੇ ਅੱਗੇ ਪਹਿਲਾ ਅੱਖਰ ਲਗਾਇਆ ਜਾਂਦਾ ਹੈ ਜਿੱਥੋਂ ਸ਼ੁਰੂ ਹੁੰਦੀ ਹੈ। ਹੁਣ ਆਖ ਸੁਣਾਵਦਾ ਅ ਦੀ ਆਵਾਜ਼ ਤੇ ਅੱਖਰ ਲੱਗਿਆ ਅਲਫ। ਅਲਫ ਆਖ ਸੁਣਾਵਦਾ ਗੁਰੂ ਤਾਈਂ। ਤਾਂ ਹੁਣ ਜੇ ਵਿਆਖਿਆ ਕਰੀਏ ਤਾਂ ਵਿਆਖਿਆ 'ਚ ਸਪਸ਼ਟ ਹੁੰਦਾ ਹੈ ਕਿ ਪੂਰਨ ਆਪਣੇ ਗੁਰੂ ਗੋਰਖਨਾਥ ਨੂੰ ਦੱਸਦਾ ਹੈ। ਹਾਲ ਹਕੀਕਤਾਂ ਮਤਲਬ ਅਸਲੀਅਤ ਦੱਸਦਾ, ਆਪਣੇ ਮਾਂ ਅਤੇ ਬਾਪ ਦਾ ਕੀਤਾ ਹੋਇਆ ਯਾਦ ਕਰਕੇ ਸਾਰਾ ਦੁੱਖ ਸੁੱਖ ਫੋਲ ਦਿੰਦਾ ਉਸ ਅੱਗੇ। ਗੁਰੂ ਨਾਥ ਨੂੰ ਉਹ ਇਹੀ ਦੱਸਦਾ ਹੈ ਕਿ ਮੇਰੇ ਮਾਂ ਬਾਪ ਨੇ ਮੇਰੇ ਨਾਲ ਕੀ ਕੀ ਕੀਤਾ, ਪਰ ਉਹਨਾਂ ਦੀ ਨੇਕੀ ਹੀ ਕਹਿੰਦਾ, ਉਹਨਾਂ ਦੇ ਕੰਮ ਨੂੰ ਕੋਈ ਉਹਨਾਂ ਦੇ ਵਿਰੋਧ 'ਚ ਨਹੀਂ ਬੋਲਦਾ। ਗੁਰੂ ਨਾਥ ਉਸ ਦੇ ਦਰਦ ਨੂੰ ਸੁਣ ਕੇ, ਦੁੱਖ ਨੂੰ ਸੁਣ ਕੇ ਰੁੰਨਾ ਤੋਂ ਭਾਵ ਹੈ ਰੋਇਆ। ਹੰਝੂ ਰੱਤ ਦੀਆਂ, ਰੱਤ ਹੁੰਦਾ ਖੂਨ, ਹੰਝੂ ਹੁੰਦੇ ਆ ਅਥਰੂ। ਅੱਖਾਂ ਦੇ ਵਿੱਚੋਂ ਖੂਨ ਦੇ ਹੰਝੂ ਘੇਰ ਕੇ, ਮਤਲਬ ਬਹੁਤ ਹੀ ਦੁਖਦਾਈ ਹੋ ਕੇ ਗੋਰਖਨਾਥ ਰੋਇਆ। ਕਾਦਰ ਯਾਰ ਸੁਣਾਵਦਾ ਗੱਲ ਸਭੇ, ਸੁਖਨ ਦਰਦ ਫਿਰਾਕ ਦੇ ਬੋਲ ਕੇ ਜੀ। ਸੁਖਨ ਹੁੰਦੇ ਆ ਸਾਡੇ ਉਹ ਸ਼ਬਦ, ਗੱਲਾਂ ਬਾਤਾਂ, ਬੋਲ, ਅਤੇ ਦਰਦ ਫਿਰਾਕ ਹੁੰਦਾ ਵਿਛੋੜੇ ਦਾ ਦੁੱਖ, ਦਰਦ। ਸੋ ਪੂਰਨ ਦੇ ਦਰਦ ਸੁਣ ਕੇ ਗੋਰਖਨਾਥ ਵੀ ਉਦਾਸ ਹੋ ਜਾਂਦਾ ਹੈ। ਅਤੇ ਕੀ ਪੂਰਨ ਆਪਣਾ ਹਾਲ ਸੁਣਾਉਂਦਾ ਉਹ ਅੱਗੇ ਜਾ ਕੇ ਬਿਆਨ ਕੀਤਾ ਗਿਆ। ਬੇ ਬਹੁਤ ਸਾ ਲਾਡਲਾ ਜੰਮਿਆ ਮੈਂ, ਕਤ ਧੌਲਰੀ ਪਾਲਿਆ ਬਾਪ ਮੈਨੂੰ। ਬਾਰੀ ਵਰੀ ਮੈਂ ਗੁਰੂ ਜੀ ਬਾਹਰ ਆਇਆ, ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ। ਲਾਗੀ ਸੱਦ ਕੇ ਕਰਨ ਵਿਆਹ ਲੱਗੇ, ਚੜ੍ਹ ਗਿਆ ਸੀ ਗਮ ਦਾ ਤਾਪ ਮੈਨੂੰ। ਕਾਦਰ ਯਾਰ ਮੈਂ ਆਖਿਆ ਬਾਪ ਨੂੰ ਜੀ, ਨਹੀਂ ਭਾਵਦੀ ਇਹ ਗੱਲ ਆਪ ਮੈਨੂੰ। ਕਿ ਇਹਦੇ ਵਿੱਚ ਵਾਰਤਾਲਾਪੀ ਸ਼ੈਲੀ ਹੈ, ਨਾਟਕੀ ਸ਼ੈਲੀ ਹੈ, ਸੰਵਾਦ, ਡਾਇਲੋਗ ਕੀਤੇ ਗਏ ਨੇ। ਕਦੇ ਪੂਰਨ ਬੋਲਦਾ, ਕਦੇ ਗੋਰਖਨਾਥ ਬੋਲਦਾ। ਸੋ ਜਦੋਂ ਇਸ ਤਰ੍ਹਾਂ ਡਾਇਲੋਗ ਬੋਲੇ ਜਾਣ ਤਾਂ ਕੀ ਹੁੰਦਾ, ਨਾਟਕ ਹੁੰਦਾ। ਇਸ ਲਈ ਇੱਥੇ ਨਾਟਕੀ ਸ਼ੈਲੀ ਦੇ ਵਿੱਚ, ਵਾਰਤਾਲਾਪੀ ਸ਼ੈਲੀ 'ਚ ਪੂਰਨ ਦੱਸਦਾ ਬਹੁਤ ਸਾ ਲਾਡਲਾ ਜੰਮਿਆ ਮੈਂ। ਪੂਰਨ ਦੱਸਦਾ ਹੈ ਕਿ ਮੈਂ ਬੜਾ ਲਾਡਲਾ ਸੀ ਅਤੇ ਮੈਨੂੰ ਮੇਰੇ ਬਾਪ ਨੇ ਧੌਲਰਾਂ 'ਚ ਪਾਲਿਆ ਸੀ। ਧੌਲਰੀ ਮਤਲਬ ਮਹਿਲਾਂ ਦੇ ਵਿੱਚ। ਸਾਨੂੰ ਵੀ ਪਤਾ ਬੱਚਿਓ ਕਿ ਪੂਰਨ ਨੂੰ ਜਨਮ ਤੋਂ ਬਾਅਦ ਕਿੱਥੇ ਭੇਜਿਆ ਗਿਆ ਸੀ, ਤੁਸੀਂ ਸੋਚ ਕੇ ਦੱਸੋ ਜੀ। ਪੂਰਨ ਨੂੰ ਭੇਜਿਆ ਗਿਆ ਸੀ ਇੱਕ ਭੋਰੇ ਦੇ ਵਿੱਚ, ਡੂੰਘੇ ਟੋਏ ਦੇ ਵਿੱਚ। 12 ਸਾਲ ਉੱਥੇ ਗੁਜ਼ਾਰੇ। ਫਿਰ ਵੀ ਪੂਰਨ ਕਹਿੰਦਾ ਕਿ ਮੇਰੇ ਪਿਓ ਨੇ ਤਾਂ ਮੈਨੂੰ ਮਹਿਲਾਂ 'ਚ ਪਾਲਿਆ ਸੀ। ਉਹਨੂੰ ਉਹ ਵਾਲਾ ਭੋਰਾ ਵੀ ਮਹਿਲ ਹੀ ਜਾਪਦਾ, ਕਿਉਂਕਿ ਪੂਰਨ ਭਗਤ ਹੈ। ਬਾਰੀ ਵਰੀ ਮੈਂ ਗੁਰੂ ਜੀ ਬਾਹਰ ਆਇਆ। ਵਰੀ ਦਾ ਮਤਲਬ ਸਾਲਾਂ ਬਾਅਦ। ਕਹਿੰਦਾ ਜਦੋਂ ਮੈਂ 12 ਸਾਲ ਬਾਅਦ ਬਾਹਰ ਆਇਆ,
ਉਹ ਵੀ ਉਸ ਸਮੇਂ ਬਾਹਰ ਆਇਆ ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ, ਮੇਰੇ ਪਿਤਾ ਨੇ ਮੈਨੂੰ ਹੁਕਮ ਕੀਤਾ। ਇੱਥੇ ਵੀ ਧਿਆਨ ਦੇਣ ਯੋਗ ਗੱਲ ਹੈ, ਮੁੰਡੇ ਆਪਣੇ ਪਿਓ ਨੂੰ ਪਿਤਾ ਕਹਿੰਦੇ ਹੁੰਦੇ ਆ, ਬਾਪ ਕਹਿੰਦੇ ਆ, ਅਤੇ ਧੀਆਂ ਬਾਬਲ ਕਹਿੰਦੀਆਂ। ਪਰ ਪੂਰਨ ਕਿਉਂਕਿ ਧੀਆਂ ਵਰਗਾ ਸਾਊ ਪੁੱਤ ਦਿਖਾਇਆ, ਇਸ ਕਰਕੇ ਉਹ ਆਪਣੇ ਪਿਤਾ ਦੀ ਸ਼ਰਧਾ ਦੇ ਵਿੱਚ ਉਸ ਨੂੰ ਬਾਬਲ ਕਹਿ ਕੇ ਵਡਿਆਉਂਦਾ। ਲਾਗੀ ਸਦਕੇ ਕਰਨ ਵਿਆਹ ਲੱਗੇ, ਚੜ੍ਹ ਗਿਆ ਸੀ ਗਮ ਦਾ ਤਾਪ ਮੈਨੂੰ। ਗਮ ਮਤਲਬ ਉਦਾਸੀ। ਤਾਂ ਪੂਰਨ ਕਹਿੰਦਾ ਜਦੋਂ ਲਾਗੀਆਂ ਨੂੰ ਸੱਦ ਕੇ ਮੇਰਾ ਵਿਆਹ ਕਰਨ ਲੱਗੇ ਤਾਂ ਮੈਨੂੰ ਬੜੀ ਉਦਾਸੀ ਹੋਈ। ਜਿਸ ਦਾ ਕਾਰਨ ਕੀ ਹੈ? ਕਿਉਂਕਿ ਪੂਰਨ ਇੱਕ ਜੋਗੀ ਹੈ, ਮਨੋਂ ਹੀ ਉਹ ਤਿਆਗੀ ਹੈ, ਉਹ ਦੁਨੀਆਦਾਰੀ ਦੇ ਗ੍ਰਸਥ ਦੇ ਬੰਧਨਾਂ 'ਚ ਨਹੀਂ ਪੈਣਾ ਚਾਹੁੰਦਾ। ਕਾਦਰ ਯਾਰ ਮੈਂ ਆਖਿਆ ਬਾਪ ਨੂੰ ਜੀ, ਨਹੀਂ ਭਾਵਦੀ ਇਹ ਗੱਲ ਆਪ ਮੈਨੂੰ। ਤੇ ਕਹਿੰਦਾ ਮੈਂ ਆਪਣੇ ਪਿਤਾ ਨੂੰ ਖੁਦ ਹੀ ਦੱਸ ਦਿੱਤਾ ਕਿ ਮੈਨੂੰ ਤਾਂ ਇਹ ਗੱਲ ਭਾਉਂਦੀ ਨਹੀਂ ਹੈ। ਭਾਵਦੀ ਮਤਲਬ ਚੰਗੀ ਲੱਗਦੀ, ਸੋ ਉਸ ਨੂੰ ਚੰਗੀ ਨਹੀਂ ਲੱਗੀ। ਅੱਗੇ ਹੈ, ਤੇ ਤੱਕ ਡਿੱਠਾ ਬਾਬਲ ਵੱਲ ਮੇਰੇ, ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ। ਕਿਵੇਂ ਰੱਬ ਕਰਾਇਆ ਤੇ ਆਖਿਆ ਸੂ, ਕਰ ਹੁਕਮ ਜ਼ੁਬਾਨ ਥੀ ਮਿਹਰਬਾਨੀ। ਜਾਏ ਪੂਰਨਾ ਮਾਏ ਨੂੰ ਟੇਕ ਮੱਥਾ, ਗੱਲ ਸਮਝਿਓ ਗੁਰੂ ਜੀ ਹੋਏ ਦਾਨੀ। ਕਾਦਰ ਯਾਰ ਮੈਂ ਜਾਏ ਜਾ ਮਹਿਲ ਵੜਿਆ, ਦੇਖ ਹੋਇਆ ਸੀ ਲੂਣਾ ਦਾ ਸਿਦਕ ਫਾਨੀ। ਸੋ ਇੱਥੇ ਅਸਲੀ ਉਹ ਕਹਾਣੀ, ਉਹ ਮੋੜ ਆਉਂਦਾ ਇਸ ਕਿੱਸੇ ਦਾ, ਜਦੋਂ ਪੂਰਨ ਕਹਿੰਦਾ ਕਿ ਉਸ ਤੋਂ ਬਾਅਦ ਮੈਂ ਆਪਣੇ ਬਾਬਲ ਵੱਲ ਡਿੱਠਾ। ਡਿੱਠਾ ਸ਼ਬਦ ਤੁਸੀਂ ਪਿਛਲੇ ਸਾਲ ਵੀ ਪੜ੍ਹਿਆ ਹੋਏਗਾ, ਮਾਝੀ ਉਪਬੋਲੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਦੇਖਿਆ। ਕਿ ਜਦੋਂ ਮੇਰੇ ਬਾਬਲ ਨੇ ਮੇਰੇ ਵੱਲ ਦੇਖਿਆ, ਮੈਨੂੰ ਤਾਂ ਲੱਗਿਆ ਕਿ ਕੋਈ ਕਹਿਰਵਾਨ ਹੋਏਗਾ, ਪਰ ਕਿਵੇਂ ਰੱਬ ਨੇ ਉਸ ਤੋਂ ਕਰਾਇਆ ਤੇ ਉਸ ਨੇ ਆਪਣੀ ਜ਼ੁਬਾਨ ਤੋਂ ਮੈਨੂੰ ਇਹ ਹੁਕਮ ਦਿੱਤਾ, ਜਾਏ ਪੂਰਨਾ ਮਾਏ ਨੂੰ ਟੇਕ ਮੱਥਾ। ਸੋ ਫਿਰ ਡਾਇਲੋਗ ਦੱਸਿਆ ਕਿ ਪੂਰਨ ਦਾ ਬਾਪ ਸਲਵਾਨ ਕਹਿੰਦਾ ਹੈ ਕਿ ਤੂੰ ਆਪਣੀ ਮਾਂ ਇੱਛਰਾਂ ਨੂੰ ਹੀ ਨਹੀਂ ਬਲਕਿ ਮਾਂ ਲੂਣਾ ਨੂੰ ਵੀ ਮੱਥਾ ਟੇਕ ਕੇ ਆ। ਅਤੇ ਫਿਰ ਉਹ ਪੂਰਨ ਆਪਣੇ ਗੁਰੂ ਨੂੰ ਕਹਿੰਦਾ ਕਿ ਗੁਰੂ ਜੀ ਤੁਸੀਂ ਦਾਨੀ ਹੋ ਕੇ, ਸਿਆਣੇ ਹੋ ਕੇ ਗੱਲ ਨੂੰ ਸੁਣਿਓ ਅਤੇ ਸਮਝਿਓ ਵਿਚਾਰਿਓ। ਕੀ ਹੋਇਆ ਕਿ ਜਦੋਂ ਮੈਂ ਮਹਿਲ ਦੇ ਵਿੱਚ ਵੜਿਆ, ਦੇਖ ਹੋਇਆ ਸੀ ਲੂਣਾ ਦਾ ਸਿਦਕ ਫਾਨੀ। ਅਤੇ ਮੈਨੂੰ ਵੇਖ ਕੇ ਲੂਣਾ ਦਾ ਸਿਦਕ ਫਾਨੀ ਹੋ ਗਿਆ। ਮੈਨੂੰ ਵੇਖ ਕੇ ਲੂਣਾ ਦਾ ਧਰਮ ਡੋਲ ਗਿਆ, ਉਸ ਦਾ ਜਤ ਸਤ ਡੋਲ ਗਿਆ। ਫਾਨੀ ਹੁੰਦਾ ਖਤਮ ਹੋ ਜਾਣ ਵਾਲਾ, ਸੋ ਜਿਹੜਾ ਉਹਦਾ ਸਿਦਕ ਸੀ ਉਹ ਖਤਮ ਹੋ ਗਿਆ। ਸੇ ਸਾਬਤੀ ਰਹੀ ਨਾ ਵਿੱਚ ਉਸਦੇ, ਮੈਨੂੰ ਪਕੜ ਕੇ ਪਾਸ ਪਹਾਣ ਲੱਗੀ। ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ, ਕੜਾ ਜ਼ਿਮੀ ਆਸਮਾਨ ਦਾ ਢਾਣ ਲੱਗੀ। ਕੰਨੀ ਖਿੱਚ ਮੈਂ ਅੰਦਰੋਂ ਬਾਹਰ ਆਇਆ, ਜਦੋਂ ਧਰਮ ਡਿੱਠਾ ਜਿੰਦ ਜਾਣ ਲੱਗੀ। ਕਾਦਰ ਯਾਰ ਜਾਂ ਰਾਤ ਨੂੰ ਆਇਆ ਰਾਜਾ, ਉਹਨੂੰ ਅਲਸਾਂ ਨਾਲ ਸਿਖਾਉਣ ਲੱਗੀ। ਸੋ ਇਹਦੇ ਵਿੱਚ ਦੱਸ ਰਿਹਾ ਕਵੀ ਕਿ ਪੂਰਨ ਅੱਗੋਂ ਸੁਣਾਉਂਦਾ ਕਹਾਣੀ ਕਿ ਲੂਣਾ ਦੇ ਵਿੱਚ ਸਾਬਤਾਪਣ ਨਾ ਰਿਹਾ, ਉਹ ਪੱਕੀ ਨਾ ਰਹੀ ਆਪਣੇ ਕਿਰਦਾਰ ਵਿੱਚ, ਅਤੇ ਉਹ ਮੈਨੂੰ ਫੜ ਕੇ ਆਪਣੇ ਨਾਲ ਹੀ ਬਿਠਾਉਣ ਲੱਗ ਗਈ, ਜਿਵੇਂ ਪ੍ਰੇਮੀ ਨੂੰ ਬਿਠਾਈਦਾ। ਗੁਰੂ ਜੀ ਮੇਰੀ ਗੱਲ ਨੂੰ ਸਮਝਿਓ ਕਿ ਮੈਨੂੰ ਤਾਂ ਇੰਝ ਲੱਗਾ ਜਿਵੇਂ ਉਹ ਜ਼ਮੀਨ ਅਤੇ ਅਸਮਾਨ ਵਿਚਲਾ ਉਹ ਕੜਾ ਢਾਹ ਰਹੀ ਹੋਵੇ। ਕੜਾ ਉਹ ਜੋੜ ਜਾਂ ਥੰਮ ਮੰਨਿਆ ਜਾਂਦਾ ਜਿਹਦੇ ਆਸਰੇ ਜ਼ਮੀਨ ਦੇ ਉੱਪਰ ਆਸਮਾਨ ਖੜਾ, ਅਤੇ ਜੇ ਉਹ ਥੰਮ ਟੁੱਟ ਜਾਵੇ ਤਾਂ ਅਸਮਾਨ ਧਰਤੀ 'ਤੇ ਡਿੱਗ ਪਊਗਾ। ਸੋ ਇਹ ਸਾਡਾ ਮਿਥਿਹਾਸਕ ਹਵਾਲਾ, ਇਹ ਸੁਣੀ ਸੁਣਾਈ ਗੱਲ ਹੈ, ਪਰ ਇਹਦਾ ਕਹਿਣ ਦਾ ਇੱਥੇ ਮੁਹਾਵਰੇਦਾਰ ਬੋਲੀ 'ਚ ਮਤਲਬ ਇਹ ਆ ਕਿ ਲੂਣਾ ਇਹੋ ਜਿਹਾ ਘਟੀਆ ਕੰਮ ਕਰਨ ਲੱਗੀ ਸੀ ਜਿਹਦੇ ਨਾਲ ਧਰਤੀ 'ਤੇ ਅਸਮਾਨ ਵੀ ਡਿੱਗ ਸਕਦਾ, ਮਤਲਬ ਅਣਹੋਣੀ ਆ ਸਕਦੀ ਆ, ਬਹੁਤ ਬੁਰੀ ਗੱਲ ਕਰਨ ਲੱਗੀ ਸੀ। ਅਤੇ ਪੂਰਨ ਇੱਕਦਮ ਅੰਦਰੋਂ ਬਾਹਰ ਆ ਕੇ ਆਪਣਾ ਪੱਲਾ ਬਚਾ ਕੇ ਕੰਨੀ ਖਿੱਚ ਕੇ ਬਾਹਰ ਆਇਆ। ਬਾਹਰ ਆ ਕੇ ਉਹਨੇ ਧਰਮ ਦੇਖਿਆ ਕਿ ਅਜੇ ਵੀ ਉਹਦਾ ਚਾਲ ਚੱਲਣ ਸਾਬਤ ਹੈ, ਤਾਂ ਉਹਨੂੰ ਜਿੰਦ ਜਾਨ ਵਾਪਸ ਆਈ ਮਹਿਸੂਸ ਹੋਈ। ਕਾਦਰ ਯਾਰ ਜਾਂ ਰਾਤ ਨੂੰ ਆਇਆ ਰਾਜਾ, ਅਤੇ ਜਦੋਂ ਰਾਤ ਨੂੰ ਸਲਵਾਨ ਰਾਜਾ ਆਉਂਦਾ ਤਾਂ ਲੂਣਾ ਉਹਨੂੰ ਅਲਸਾਂ ਦੇ ਨਾਲ, ਅਲਸਾਂ ਮਤਲਬ ਧੋਖੇ ਦੇ ਨਾਲ ਉਸ ਨੂੰ ਸਿਖਾਉਣ ਲੱਗ ਜਾਂਦੀ ਹੈ ਆਪਣੀ ਗੱਲ। ਜੀਮ ਜਦੋਂ ਸੁਣੀ ਰਾਜੇ ਗੱਲ ਉਹਦੀ, ਉਸੇ ਵਕਤ ਮੈਨੂੰ ਸਦਵਾਈ ਕੇ ਜੀ। ਕਹਿਰਵਾਨ ਹੋਏ ਬਾਪ ਦੇ ਨੈਣ ਖੂਨੀ, ਧੱਪਾ ਮਾਰਿਆ ਪਾਸ ਬਠਲਾਈ ਕੇ ਜੀ। ਉਸੇ ਵਕਤ ਜਲਾਦਾਂ ਨੂੰ ਆਖਿਆ ਸੂ, ਖੂਹੇ ਵਿੱਚ ਪਾਓ ਇਹਨੂੰ ਜਾਈ ਕੇ ਜੀ। ਕਾਦਰ ਯਾਰ ਮੀਆਂ ਇਸ ਖੂਹੇ ਅੰਦਰ ਕਰ ਗਏ ਦਾਖਲ, ਮੈਨੂੰ ਆਏ ਕੇ ਜੀ। ਪੂਰਨ ਅੱਗੋਂ ਬਿਰਤਾਂਤ ਸੁਣਾਉਂਦਾ ਕਿ ਰਾਜਾ ਰਾਣੀ ਲੂਣਾ ਦੀ ਗੱਲ ਨੂੰ ਸੁਣ ਕੇ ਲਾਈ ਲੱਗ ਹੋਣ ਕਰਕੇ ਇੱਕਦਮ ਉਸ ਪਿੱਛੇ ਲੱਗ ਗਿਆ। ਉਹਨੇ ਉਸੇ ਸਮੇਂ ਮੈਨੂੰ ਬੁਲਾਇਆ ਅਤੇ ਆਪਣੇ ਖੂਨੀ ਨੈਣਾਂ ਦੇ ਨਾਲ, ਗੁੱਸੇ ਭਰੀਆਂ ਅੱਖਾਂ ਦੇ ਨਾਲ ਉਸਨੇ ਮੈਨੂੰ ਧੱਫਾ ਮਾਰ ਕੇ ਕੋਲ ਬਿਠਾਇਆ। ਜਲਾਦਾਂ ਨੂੰ ਬੁਲਾਇਆ ਅਤੇ ਜਲਾਦਾਂ ਨੂੰ ਕਿਹਾ ਕਿ ਤੁਸੀਂ ਹੁਣੇ ਹੀ ਇਹਨੂੰ ਖੂਹ ਵਿੱਚ ਸੁੱਟ ਆਓ। ਅਤੇ ਫਿਰ ਦੱਸਦਾ ਪੂਰਨ ਗੋਰਖਨਾਥ ਨੂੰ ਕਿ ਉਸ ਮੌਕੇ ਤੋਂ ਹੀ ਮੈਨੂੰ ਇਸ ਖੂਹ ਦੇ ਵਿੱਚ ਦਾਖਲ ਕਰ ਗਏ, ਮੈਨੂੰ ਇਸ ਖੂਹ ਦੇ ਵਿੱਚ ਸੁੱਟ ਗਏ। ਸੋ ਕਿਤੇ ਕਿਤੇ ਰੌਦਰ ਰਸ ਬਦਲੇ ਦੀ ਭਾਵਨਾ ਨਜ਼ਰ ਆਉਂਦੀ ਹੈ ਇੱਥੇ, ਅਤੇ ਕਿਤੇ ਕਰੁਣਾ ਰਸ ਤਰਸ ਦੇ ਭਾਵ ਸਾਡੇ ਅੰਦਰੋਂ ਪੈਦਾ ਹੁੰਦੇ ਆ।
ਹੇ ਹਾਲ ਸੁਣਾਵਦਾ ਗੁਰੂ ਤਾਈਂ, ਕਿਹਾ ਵਰਤਿਆ ਏ ਨਜੂਲ ਮੈਨੂੰ। ਮੇਰੇ ਮਾਏ ਤੇ ਬਾਪ ਦੇ ਵਸ ਨਹੀਂ, ਸਭੇ ਰੱਬ ਦਿਖਾਵਦਾ ਸੂਲ ਮੈਨੂੰ। ਕਰੋ ਕਰਮ ਜੀ ਰੱਬ ਦਾ ਵਾਸਤਾ, ਜੇ ਹੋਵਨ ਨੈਣ ਪ੍ਰਾਣ ਵਸੂਲ ਮੈਨੂੰ। ਕਾਦਰ ਯਾਰ ਸੁਣਾਵਦਾ ਗੁਰੂ ਤਾਈਂ, ਪਿੱਛਾ ਦੇ ਨਾ ਜਾਏ ਸੂ ਮੂਲ ਮੈਨੂੰ। ਨਜ਼ੂਲ ਹੁੰਦਾ ਹੈ ਦੁੱਖ ਦਰਦ ਮੁਸੀਬਤ ਬਿਪਤਾ ਪੈ ਜਾਣੀ, ਤੇ ਸੂਲ ਦਾ ਮਤਲਬ ਜਿਵੇਂ ਅਸੀਂ ਸਮਝਦੇ ਹਾਂ, ਸੂਲ ਕੰਡਾ ਜਾਂ ਦੁੱਖ ਦਾ ਪ੍ਰਤੀਕ ਹੈ। ਵਸੂਲ ਹੁੰਦਾ ਹਾਸਲ, ਤੇ ਮੂਲ ਹੁੰਦਾ ਜਿਹਨੂੰ ਅਸੀਂ ਕਹਿ ਦਈਏ ਮੂਲ ਪੂਰੀ ਤਰ੍ਹਾਂ ਨਾਲ। ਤਾਂ ਇੱਥੇ ਇਹ ਸ਼ਬਦਾਂ ਦੇ ਅਰਥ ਜਾਣ ਕੇ ਹੁਣ ਆਪਾਂ ਇਸ ਦੀ ਵਿਆਖਿਆ ਕਰਦੇ ਹਾਂ ਕਿ ਪੂਰਨ ਦੱਸਦਾ ਆਪਣਾ ਹਾਲ ਕਿ ਮੇਰੇ ਨਾਲ ਕੀ ਨਜ਼ੂਲ ਬਿਪਤਾ ਵਾਪਰੀ, ਪਰ ਇਹਦੇ ਵਿੱਚ ਵੀ ਉਹ ਕਹਿੰਦਾ ਕਿ ਮੇਰੇ ਮਾਂ ਤੇ ਪਿਓ ਦਾ ਕੋਈ ਕਸੂਰ ਨਹੀਂ ਆ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਜਿਵੇਂ ਰੱਬ ਦਿਖਾਉਂਦਾ ਉਸ ਤਰ੍ਹਾਂ ਦੇ ਮੈਨੂੰ ਸੂਲ ਮਿਲ ਗਏ, ਮੈਨੂੰ ਦੁੱਖ ਮਿਲ ਗਏ, ਇਹ ਸਭ ਰੱਬ ਦੀ ਖੇਡ ਆ। ਕਰੋ ਕਰਮ ਜੀ ਰੱਬ ਦਾ ਵਾਸਤਾ ਜੇ, ਤੇ ਉਸੇ ਰੱਬ ਦਾ ਵਾਸਤਾ ਪਾ ਕੇ ਅੱਗੋਂ ਮਿੰਨਤ ਕਰਦਾ ਗੋਰਖਨਾਥ ਦੀ ਕਿ ਮੇਰੇ ਤੇ ਮਿਹਰ ਕਰਮ ਕਰੋ ਤੇ ਮੈਨੂੰ ਨੈਣ ਪ੍ਰਾਣ ਵਸੂਲ ਹੋ ਜਾਣ। ਨੈਣ ਪ੍ਰਾਣ ਉਸ ਤੋਂ ਚਾਹੁੰਦਾ ਕਿ ਉਹਨੂੰ ਜੀਵ ਜਾਨ ਮਿਲ ਜਾਵੇ, ਉਹਦੇ ਅੰਗ ਪੈਰ ਸਲਾਮਤ ਹੋ ਜਾਣ। ਕਾਦਰ ਯਾਰ ਸੁਣਾਵਦਾ ਗੁਰੂ ਤਾਈਂ, ਪਿੱਛਾ ਦੇ ਨਾ ਜਾਏ ਸੂ ਮੂਲ ਮੈਨੂੰ। ਤੇ ਆਪਣੇ ਗੁਰੂ ਨੂੰ ਕਹਿੰਦਾ ਕਿ ਹੁਣ ਤੁਸੀਂ ਮੈਨੂੰ ਜ਼ਰਾ ਵੀ ਪਿੱਛਾ ਨਾ ਦਿਓ, ਮੈਨੂੰ ਛੱਡ ਕੇ ਨਾ ਜਾਇਓ, ਤੇ ਮੈਨੂੰ ਆਪਣੇ ਨਾਲ ਪੂਰੀ ਤਰ੍ਹਾਂ ਮੁਕੰਮਲ ਰੂਪ ਵਿੱਚ ਲਗਾ ਲਓ। ਫੇ ਖੁਸ਼ੀ ਹੋਈ ਗੁਰੂ ਨਾਥ ਤਾਈਂ, ਜਲ ਪਾਏ ਕੇ ਪੂਰਿਆ ਤੁਰਤ ਕੀਤਾ। ਹੱਥੀਂ ਆਪਣੀ ਉਸ ਦੇ ਮੂੰਹ ਲਾਇਆ, ਪੜਦੇ ਖੁੱਲ੍ਹ ਗਏ ਜਦੋਂ ਘੁੱਟ ਪੀਤਾ। ਫਿਰ ਬੇਪਰਵਾਹ ਗੁਰੂ ਨਾਥ ਹੋਰਾਂ, ਪੂਰਨ ਭਗਤ ਤਾਈਂ ਸਾਵਧਾਨ ਕੀਤਾ। ਕਾਦਰ ਯਾਰ ਗੁਜ਼ਾਰ ਕੇ ਬਰਸ 12, ਖਸ ਤਾਲ ਤਾਈਂ ਖੁਸ਼ਹਾਲ ਕੀਤਾ। ਇਹਨਾਂ ਸਤਨਾਂ 'ਚ ਦੱਸਿਆ ਗਿਆ ਕਿ ਗੋਰਖਨਾਥ ਨੇ ਪੂਰਨ ਨੂੰ ਕਿਵੇਂ ਤੰਦਰੁਸਤ ਕਰ ਦਿੱਤਾ। ਗੋਰਖਨਾਥ ਨੂੰ ਬੜੀ ਖੁਸ਼ੀ ਹੋਈ ਪੂਰਨ ਬਾਰੇ ਸੱਚਾਈ ਜਾਣ ਕੇ ਕਿ ਉਹ ਕਿੰਨਾ ਸੱਚ ਬੋਲ ਰਿਹਾ ਸੀ। ਪੂਰਨ ਦੇ ਉੱਪਰ ਜਲ ਪਾਣੀ ਨੂੰ ਪਾਇਆ ਤੇ ਉਸ ਨੂੰ ਇੱਕਦਮ ਤੁਰਤ ਮਤਲਬ ਤੁਰੰਤ ਠੀਕ ਕਰ ਦਿੱਤਾ। ਹੱਥੀਂ ਆਪਣੇ ਉਸ ਦੇ ਮੂੰਹ ਲਾਇਆ, ਗੋਰਖ ਨੇ ਹੱਥੀਂ ਉਹਨੂੰ ਪਾਣੀ ਪਿਆਇਆ ਤੇ ਪੂਰਨ ਦੇ ਸਭ ਪਰਦੇ ਖੁੱਲ੍ਹ ਗਏ, ਗਿਆਨ ਉਹਨੂੰ ਮਿਲ ਗਿਆ। ਇੱਕੋ ਘੁੱਟ ਪੀਣ ਦੇ ਨਾਲ ਉਹਨੂੰ ਸਭ ਨਜ਼ਰ ਆਉਣ ਲੱਗ ਪਿਆ। ਫਿਰ ਬੇਪਰਵਾਹ ਗੁਰੂ ਨਾਥ ਹੋਰਾਂ, ਪੂਰਨ ਭਗਤ ਤਾਈਂ ਸਾਵਧਾਨ ਕੀਤਾ। ਤੇ ਫਿਰ ਗੁਰੂ ਨੇ ਆਪਣੀ ਸਿੱਖਿਆ ਦੇਣੀ ਆ, ਪੂਰਨ ਨੂੰ ਹੁਸ਼ਿਆਰ ਕੀਤਾ, ਸੁਚੇਤ ਕੀਤਾ, ਸਮਝਾਇਆ। ਤੇ ਉਸ ਪਿੱਛੋਂ ਕਾਦਰ ਯਾਰ ਗੁਜ਼ਾਰ ਕੇ ਬਰਸ 12, ਖਸਤਾਲ ਤਾਈਂ ਖੁਸ਼ਹਾਲ ਕੀਤਾ। 12 ਸਾਲ ਜਿਹੜਾ ਖਸਤਾਲ ਹੁੰਦਾ ਬੁਰਾ ਹਾਲ, ਪੂਰਨ ਦੀ ਖਸਤਾ ਹਾਲਤ ਸੀਗੀ, ਉਸ ਖਸਤਾ ਹਾਲ ਤੋਂ ਉਸ ਨੂੰ ਖੁਸ਼ਹਾਲ ਕਰ ਦਿੱਤਾ, ਚੰਗੀ ਹਾਲਤ ਵਿੱਚ ਬਦਲ ਦਿੱਤਾ। ਤਾਂ ਜੇ ਆਪਾਂ ਅਲੰਕਾਰ ਦੇਖੀਏ ਤਾਂ ਇੱਥੇ ਅਨੁਪ੍ਰਾਸ ਅਲੰਕਾਰ ਵਰਤਿਆ ਗਿਆ, ਹਾਲ ਸ਼ਬਦ ਨੂੰ ਵਾਰ-ਵਾਰ ਵਰਤਿਆ ਗਿਆ। ਦੇਖੋ ਅਗਲਾ ਉਦੋਂ ਦਾ ਨਜ਼ਾਰਾ ਹੈ ਜਦੋਂ ਪੂਰਨ ਆਪਣੀ ਮਾਂ ਰਾਣੀ ਇੱਛਰਾਂ ਨੂੰ ਮਿਲਣ ਆਉਂਦਾ। ਬੜੀ ਦੇਰ ਬਾਅਦ ਮਾਂ ਪੁੱਤ ਦਾ ਮੇਲ ਹੁੰਦਾ ਤਾਂ ਉਦੋਂ ਕੀ ਹੁੰਦਾ, ਉਸ ਸਮੇਂ ਦੀ ਗੱਲ ਹੈ। ਕਰੁਣਾ ਰਸ ਤਰਸ ਦੇ ਭਾਵਾਂ ਨਾਲ ਭਰਪੂਰ ਹੈ ਸਾਰੇ ਦਾ ਸਾਰਾ ਪ੍ਰਸੰਗ। ਇਹ ਤੁਸੀਂ ਆਪਣੀ ਪ੍ਰੀਖਿਆ 'ਚ ਵੀ ਲਿਖਿਓ ਕਿ ਇੱਥੇ ਕਰੁਣਾ ਰਸ ਦਾ ਵਰਣਨ ਹੈ। ਪੂਰਨ ਦਾ ਵਿਦਾ ਹੋਣਾ। ਸਮਝ ਮਾਤਾ ਤੂੰ ਤਾਂ ਭੋਲੀਏ ਨੀ, ਪੂਰਨ ਭਗਤ ਖਲੋਏ ਕੇ ਦੇ ਮਤੀ। ਗੋਪੀ ਚੰਦ ਦੀ ਮਾਂ ਸਾਲਾਹੀਏ ਨੀ, ਜਿਸ ਤੋਰਿਆ ਪੁੱਤਰ ਫਕੀਰ ਹੱਥੀਂ। ਤੂੰ ਪੀਟੋਰ ਮਾਤਾ ਰਾਜੀ ਹੋਏ ਕਿ ਨੀ, ਮੈਨੂੰ ਜਾਣ ਦੇ ਫਾਹੀ ਨਾ ਮੂਲ ਕੱਤੀ। ਕਾਦਰ ਯਾਰ ਫਕੀਰ ਦਾ ਰਹਿਣ ਨਹੀਂ, ਰੋਏ ਰੋਏ ਕੇ ਸੀਨ ਸਮਝ ਮਾਤਾ ਤੂੰ ਤਾਂ ਭੋਲੀਏ ਨੀ, ਪੂਰਨ ਭਗਤ ਖਲੋਏ ਕੇ ਦੇ ਮੱਤੀ। ਗੋਪੀ ਚੰਦ ਦੀ ਮਾਂ ਸਲਾਈਏ ਨੀ, ਜਿਸ ਤੋਰਿਆ ਪੁੱਤਰ ਫਕੀਰ ਹੱਥੀਂ। ਤੂੰ ਵੀ ਟੋਰ ਮਾਤਾ ਰਾਜ਼ੀ ਹੋਏ ਕਿ ਨੀ, ਮੈਨੂੰ ਜਾਣ ਦੇ ਫਾਹੀ ਨਾ ਮੂਲ ਕੱਤੀ। ਕਾਦਰ ਯਾਰ ਫਕੀਰ ਦਾ ਰਹਿਣ ਨਹੀਂ, ਰੋਏ ਰੋਏ ਕੇ ਮੇਰੇ ਨਾ ਮਗਰ ਵੱਤੀ। ਸੋ ਪੂਰਨ ਆਪਣੀ ਮਾਂ ਇੱਛਰਾਂ ਨੂੰ ਕਹਿੰਦਾ ਕਿ ਹੁਣ ਆਪਾਂ ਮਿਲ ਚੁੱਕੇ ਹਾਂ ਤੇ ਤੂੰ ਮੈਨੂੰ ਹੁਣ ਤੋਰ ਦੇ, ਕਿ ਮੇਰੀਏ ਭੋਲੀਏ ਮਾਂ ਤੂੰ ਸਮਝ ਮੈਨੂੰ ਇਸ ਤਰ੍ਹਾਂ ਤੋਰ ਜਿਵੇਂ ਕਿ ਗੋਪੀ ਚੰਦ ਇੱਕ ਭਗਤ ਹੈ, ਉਸ ਦੀ ਮਾਂ ਨੇ ਉਹਨੂੰ ਹੱਥੀਂ ਫਕੀਰ ਬਣਨ ਲਈ ਤੋਰਿਆ ਸੀ। ਤੂੰ ਵੀ ਮੈਨੂੰ ਜੋਗੀ ਬਣਨ ਲਈ ਮੁੜ ਤੋਰ ਦੇ, ਖੁਸ਼ੀ ਦੇ ਨਾਲ ਮੈਨੂੰ ਤੋਰ ਤੇ ਮੇਰੇ ਮਗਰ ਹੁਣ ਕੋਈ ਫਾਹੀ ਕੋਈ ਬੰਧਨ ਨਾ ਪਾਈ। ਕੱਤੀ ਹੁੰਦਾ ਪਾਉਣਾ, ਤੇ ਫਾਹੀ ਦਾ ਮਤਲਬ ਫਾਹਾ ਜਾਂ ਬੰਧਨ ਨਾ ਪਾਈ, ਕਿਉਂਕਿ ਦੁਨੀਆਦਾਰੀ ਪੂਰਨ ਨੂੰ ਫਾਹਾ ਲੱਗਦੀ ਆ। ਕਾਦਰ ਯਾਰ ਕਹਿੰਦਾ ਫਕੀਰ ਦਾ ਕਿਤੇ ਵੀ ਰਹਿਣ ਨਹੀਂ ਹੁੰਦਾ ਟਿਕਿਆ ਹੋਇਆ,
ਇਸ ਲਈ ਮੈਂ ਤਾਂ ਤੁਰਦੇ ਫਿਰਦੇ ਰਹਿਣਾ, ਜੋਗੀ ਚੱਲਦੇ ਭਲੇ, ਨਗਰ ਵਸਦੇ ਭਲੇ, ਸੋ ਤੂੰ ਰੋ ਰੋ ਕੇ ਮੇਰੇ ਪਿੱਛੇ ਨਾ ਆਈ। ਅੱਗੋਂ ਇਛਰਾਂ ਬੋਲਦੀ ਹੈ, ਤੇ ਜਦੋਂ ਦੋ ਪਾਤਰ ਬੋਲ ਰਹੇ ਹੋਣ ਜਾਂ ਵੱਧ ਪਾਤਰ ਬੋਲ ਰਹੇ ਹੋਣ, ਗੱਲਾਂ ਕਰ ਰਹੇ ਹੋਣ, ਤਾਂ ਕਿਹੜੀ ਸ਼ੈਲੀ ਹੁੰਦੀ ਹੈ ਬੱਚਿਓ ਜੀ? ਹਾਂ, ਸੰਬੋਧਨੀ ਸ਼ੈਲੀ ਵੀ ਆਪਸ 'ਚ ਗੱਲ ਕਰ ਰਹੇ ਨੇ, ਨਾਲ ਨਾਲ ਵਾਰਤਾਲਾਪੀ ਨਾਟਕੀ ਸ਼ੈਲੀ ਵੀ ਚੱਲ ਰਹੀ ਆ, ਸੰਵਾਦੀ ਸ਼ੈਲੀ ਵੀ ਹੈ। ਅੱਗੋਂ ਇਛਰਾਂ ਬੜੇ ਹੀ ਦਰਦ ਨਾਲ ਦੱਸਦੀ ਆ, ਸਾਡਾ ਮਨ ਕਰੁਣਾ ਰਸ ਨਾਲ ਭਰ ਜਾਂਦਾ, ਅੱਖਾਂ ਹੰਝੂਆਂ ਨਾਲ ਭਰ ਆਉਂਦੀਆਂ ਇਹ ਵਰਣਨ ਦੇਖ ਕੇ। ਸੀਨ, ਸ਼ੀਰ ਖੋਰਾ ਮੈਥੋਂ ਜੁਦਾ ਹੋਇਓ। ਸ਼ੀਰ ਖੋਰਾ ਹੁੰਦਾ ਦੁੱਧ ਪੀਂਦਾ ਬੱਚਾ। ਉਹ ਦੱਸਦੀ ਆ ਕਿ ਪੂਰਨ ਤੂੰ ਮੇਰੇ ਤੋਂ ਕਦੋਂ ਦਾ ਜੁਦਾ ਹੋਇਆ, ਕਦੋਂ ਦਾ ਵਿਛੜਿਆ ਹੋਇਆ। ਤੇ ਆਪਾਂ ਵੀ ਇੱਕ ਪਲ ਰੁਕ ਕੇ ਸੋਚੀਏ, ਪੂਰਨ ਕਦੋਂ ਦਾ ਵਿਛੜਿਆ ਇਛਰਾਂ ਤੋਂ? 12 ਸਾਲ ਹੀ ਨਹੀਂ ਬਲਕਿ 24 ਸਾਲ ਪਹਿਲਾਂ ਦਾ। 12 ਸਾਲ ਭੋਰੇ ਵਾਲੇ ਤੇ 12 ਸਾਲ ਖੂਹ ਵਾਲੇ। ਉਸ ਤੋਂ ਬਾਅਦ ਉਹ ਜੋਗੀ ਬਣਿਆ, ਤਾਂ ਆਪਣੀ ਮਾਂ ਨੂੰ ਤਾਂ 24 ਸਾਲਾਂ ਬਾਅਦ ਕਿਤੇ ਜਾ ਕੇ ਮਿਲਿਆ। ਤੇ ਉਸ ਮਾਂ ਦੀ ਕੀ ਹਾਲਤ ਹੋਏਗੀ ਜਿਹੜੀ ਰੋ ਰੋ ਕੇ ਅੰਨੀ ਹੋ ਗਈ ਸੀ। ਮਸਾਂ ਪੂਰਨ ਨੂੰ ਮਿਲ ਕੇ ਉਹਦੀਆਂ ਅੱਖਾਂ 'ਚ ਰੌਸ਼ਨੀ ਵਾਪਸ ਆਉਂਦੀ ਹੈ, ਤੇ ਉਹ ਕਹਿੰਦੀ ਹੈ, ਸੀਨ ਸ਼ੀਰ ਖੋਰਾ ਮੈਥੋਂ ਜੁਦਾ ਹੋਇਓ, ਮਸਾਂ ਮਸਾਂ ਮੈਂ ਡਿੱਠਾ ਹੈ ਮੁੱਖ ਤੇਰਾ। 24 ਬਰਸ ਗੁਜ਼ਰੇ ਨਾਰੇ ਮਾਰਦੀ ਨੂੰ, ਅਜੇ ਫੋਲ ਨਾ ਪੁੱਛਿਆ ਦੁੱਖ ਤੇਰਾ। ਦੱਸੀ ਵੇ ਪੂਰਨਾ ਹੋਈ ਫੇਰ ਕੀਕਰ, ਲੱਗਿਓ ਮਰ ਹਯਾਤੀ ਦਾ ਰੁੱਖ ਜੇਰਾ। ਕਾਦਰ ਯਾਰ ਮੈਂ ਨਿੱਤ ਚਿਤਾਰਦੀ ਸਾਂ, ਖਾਬ ਵਿੱਚ ਸੁਨੇੜਾ ਸੁੱਖ ਤੇਰਾ। ਸੋ ਜਿਹੜੀ ਰਾਣੀ ਇਛਰਾਂ ਹੈਗੀ ਆ, ਉਹ ਆਪਣੇ ਪੁੱਤਰ ਨੂੰ ਕਹਿੰਦੀ ਆ ਕਿ ਤੂੰ ਤਾਂ ਦੁੱਧ ਪੀਂਦਾ ਹੋਇਆ ਛੋਟਾ ਜਿਹਾ ਬੱਚਾ ਸੀ ਜਦੋਂ ਦਾ ਮੈਥੋਂ ਜੁਦਾ ਵਿਛੜਿਆ ਹੋਇਆ ਵਾਂ। ਮਸਾਂ ਮੈਂ ਤੇਰਾ ਮੁੱਖ ਡਿੱਠਾ ਹੈ, ਤੇਰਾ ਚਿਹਰਾ ਦੇਖਿਆ ਹੈ। 24 ਬਰਸ 24 ਸਾਲ ਗੁਜ਼ਰ ਗਏ ਮੈਨੂੰ ਰੋਂਦੀ ਕੁਰਲਾਉਂਦੀ ਨੂੰ, ਨਾਅਰੇ ਮਾਰਦੀ ਨੂੰ, ਮਤਲਬ ਕੁਰਲਾਹਟ ਪਾਉਂਦੀ ਨੂੰ। ਅਜੇ ਤਾਂ ਮੈਂ ਤੇਰਾ ਦੁੱਖ ਵੀ ਫੁੱਲ ਕੇ ਨਹੀਂ ਵੇਖਿਆ। ਦੱਸੀ ਪੂਰਨਾ ਵੇ ਹੋਈ ਫੇਰ ਕੀਕਰ। ਫਿਰ ਕਹਿੰਦੀ ਆ, ਪੂਰਨ ਮੈਨੂੰ ਦੱਸ ਤੇਰੇ ਨਾਲ ਫਿਰ ਕਿਵੇਂ ਕਿਵੇਂ ਹੋਇਆ। ਕੀਕਰ ਮਤਲਬ ਕਿਵੇਂ ਹੋਇਆ। ਲੱਗਿਓ ਮਰ ਹਯਾਤੀ ਦਾ ਰੁੱਖ ਜੇਰਾ। ਦੁਬਾਰਾ ਤੋਂ ਜਿਵੇਂ ਧਰਤੀ 'ਚ ਕੋਈ ਰੁੱਖ ਲੱਗਿਆ ਆਉਂਦਾ, ਉਵੇਂ ਤੈਨੂੰ ਤਾਂ ਮੌਤ ਹੀ ਆ ਗਈ ਹੋਣੀ ਆ। ਮਰਨ ਤੋਂ ਬਾਅਦ ਤੈਨੂੰ ਕਿਵੇਂ ਜੀਵਨ ਦੁਬਾਰਾ ਮਿਲ ਗਿਆ, ਮੈਨੂੰ ਉਹ ਸਾਰੀ ਗੱਲ ਦੱਸ। ਕਾਦਰ ਯਾਰ ਮੈਂ ਨਿੱਤ ਚਿਤਾਰਦੀ ਸਾਂ, ਖਾਬ ਵਿੱਚ ਸੁਨੇੜਾ ਸੁੱਖ ਤੇਰਾ। ਕਿ ਮੈਂ ਤਾਂ ਹਰ ਰੋਜ਼ ਖਾਬ ਦੇ ਵਿੱਚ, ਸੁਪਨੇ ਦੇ ਵਿੱਚ ਵੀ ਤੇਰਾ ਸੁੱਖ ਸੁਨੇਹਾ ਹੀ ਲੋੜਦੀ ਭਾਲਦੀ ਰਹਿੰਦੀ ਸੀ। ਅੱਗੋਂ ਪੂਰਨ ਦੱਸਦਾ, ਸਾਹਿਬ ਦਿੱਤੀ ਜਿੰਦ ਜਾਨ ਮੇਰੀ, ਕੀ ਤੂੰ ਲੱਗੀ ਹੈ ਸੱਚ ਪੁਛਾਣ ਮਾਏ। ਗੁਰੂ ਨਾਥ ਜੀ ਕੱਢਿਆ ਖੂਹ ਵਿੱਚੋਂ, ਰੱਬ ਦਿੱਤੇ ਨੀ ਨੈਣ ਪਰਾਣ ਮਾਏ। ਮਤ ਖਫਾ ਹੋਵੇ ਕਰੇ ਕਾਲ ਮੇਰਾ, ਉਹਦੇ ਕੋਲ ਦੇਵੋ ਮੈਨੂੰ ਜਾਣ ਮਾਏ। ਸਵਾਦ, ਸਾਹਿਬ ਦਿੱਤੀ ਜਿੰਦ ਜਾਨ ਮੇਰੀ, ਤੂੰ ਕੀ ਲੱਗੀ ਹੈ ਸੱਚ ਪੁਛਾਣ ਮਾਏ। ਗੁਰੂ ਨਾਥ ਜੀ ਕੱਢਿਆ ਖੂਹ ਵਿੱਚੋਂ, ਰੱਬ ਦਿੱਤੇ ਨੀ ਨੈਣ ਪਰਾਣ ਮਾਏ। ਮਤ ਖਫਾ ਹੋਏ ਕਰੇ ਕਾਲ ਮੇਰਾ, ਉਹਦੇ ਕੋਲ ਦੇਵੋ ਮੈਨੂੰ ਜਾਣ ਮਾਏ। ਕਾਦਰ ਯਾਰ ਜ਼ਬਾਨ ਥੀ ਕੌਲ ਕੀਤਾ, ਫਿਰ ਮਿਲਾਂਗਾ ਮੈਂ ਆਣ ਮਾਏ। ਤਾਂ ਪੂਰਨ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਕਿ ਮੈਨੂੰ ਤਾਂ ਮੇਰੇ ਸਾਹਿਬ ਰੱਬ ਨੇ ਹੀ ਮੈਨੂੰ ਜਿੰਦ ਜਾਨ ਦਿੱਤੀ ਹੈ, ਤੂੰ ਕੀ ਸੱਚ ਪੁੱਛਦੀ ਹੈ। ਗੋਰਖਨਾਥ ਨੇ ਮੈਨੂੰ ਖੂਹ ਵਿੱਚੋਂ ਕੱਢਿਆ, ਤੇ ਰੱਬ ਨੇ ਮੈਨੂੰ ਨੈਣ ਪ੍ਰਾਣ ਜਿੰਦ ਜਾਨ ਮੇਰੀ ਦਿੱਤੀ। ਹੁਣ ਮੈਨੂੰ ਡਰ ਆ ਕਿਤੇ ਖਫਾ ਹੋ ਕੇ ਮੇਰਾ ਜਿਹੜਾ ਗੁਰੂ ਆ ਉਹ ਗੁੱਸੇ ਹੋ ਕੇ ਮੇਰਾ ਕਾਲ ਹੀ ਨਾ ਕਰ ਦੇਵੇ, ਮੈਨੂੰ ਮਾਰ ਹੀ ਨਾ ਦੇਵੇ। ਸੋ ਮੈਨੂੰ ਉਹਦੇ ਕੋਲ ਜਾ ਲੈਣ ਦਿਓ, ਤੇ ਮੈਂ ਆਪਣੀ ਜ਼ੁਬਾਨ ਤੋਂ, ਆਪਣੀ ਇਸ ਬੋਲ ਚਾਲ ਤੋਂ ਤੇਰੇ ਨਾਲ ਕੌਲ ਕਰਦਾ। ਕੌਲ ਹੁੰਦਾ ਵਾਅਦਾ ਕਰਨਾ। ਮੈਂ ਇਕਰਾਰ ਕਰਦਾ ਕਿ ਮੈਂ ਤੈਨੂੰ ਫਿਰ ਕਦੇ ਨਾ ਕਦੇ ਆ ਕੇ ਜ਼ਰੂਰ ਮਿਲੂੰਗਾ। ਉਸ ਤੋਂ ਅੱਗੋਂ ਬੜਾ ਹੀ ਅੱਛਾ ਇਹ ਪ੍ਰਸੰਗ ਆ। ਜ਼ਵਾਦ ਜ਼ਾਮਨੀ ਗੁਰਾਂ ਦੀ ਵਿੱਚ ਲੈ ਕੇ, ਮਾਤਾ ਟੋਰਿਆ ਏਤ ਕਰਾਰ ਲੋਕੋ। ਦਿਲੋਂ ਸਮਝਿਆ ਰੱਬ ਦਾ ਭਲਾ ਹੋਵੇ, ਸਾਂਝ ਰੱਖੀ ਸੋ ਵਿੱਚ ਸੰਸਾਰ ਲੋਕੋ। ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ, ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ। ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ, ਕਿੱਸਾ ਜੋੜਿਆ ਸੀ ਕਾਦਰ ਯਾਰ ਲੋਕੋ। ਸੋ ਇੱਥੇ ਕਾਦਰ ਯਾਰ ਕਵੀ ਖੁਦ ਦੱਸਦਾ ਕਿ ਇਸ ਤਰ੍ਹਾਂ ਜ਼ਾਮਨੀ ਭਾਵ ਗਵਾਹੀ ਲੈ ਕੇ, ਜ਼ਿੰਮੇਵਾਰੀ ਲੈ ਕੇ ਕਿ ਗੁਰੂ ਗੋਰਖਨਾਥ ਕੋਲ ਪੂਰਨ ਜਾ ਰਿਹਾ। ਗੁਰੂ ਦੀ ਜ਼ਿੰਮੇਵਾਰੀ ਤੇ ਮਾਤਾ ਇਛਰਾਂ ਨੇ ਆਪਣੇ ਪੁੱਤ ਨੂੰ ਇਸ ਕਰਾਰ ਦੇ ਨਾਲ, ਯਕੀਨ ਦੇ ਨਾਲ ਤੋਰ ਦਿੱਤਾ। ਦਿਲੋਂ ਵੀ ਇਹ ਰੱਬ ਦਾ ਭਲਾ ਸਮਝਿਆ ਕਿ ਇਸ ਜਹਾਨ 'ਚੋਂ ਨੇ ਉਹਦੇ ਪੁੱਤ ਨੂੰ ਕਾਇਮ ਰੱਖ ਕੇ ਉਹਦੀ ਦੁਨੀਆ ਦੇ ਨਾਲ ਸਾਂਝ ਰੱਖ ਲਈ ਹੈ। ਜੱਗ ਨਾਲ ਸੀਰ ਰਹਿ ਗਿਆ ਉਹਦਾ ਪੁੱਤਾਂ ਦੇ ਰੂਪ ਵਿੱਚ, ਕਿ ਉਹਦਾ ਪੁੱਤਰ ਹੈ ਜਿਹੜਾ ਸਲਾਮਤ ਆ ਤੇ ਉਸ ਦੀ ਜੱਗ ਵਿੱਚ ਸਾਂਝ ਆ।
ਡਿੱਗੇ ਲਾਲ ਹੱਥਾਂ ਵਿੱਚੋਂ ਲੱਭਦੇ ਨਹੀਂ ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ। ਤਾਂ ਇਛਰਾ ਵੀ ਸੋਚਦੀ ਆ ਕਿ ਇੱਕ ਵਾਰੀ ਜਿਵੇਂ ਹੱਥੋਂ ਡਿੱਗਿਆ ਹੀਰਾ ਮੁੜ ਕੇ ਨਹੀਂ ਲੱਭਦਾ, ਕਰਮਾਂ ਵਾਲੇ ਹੀ ਹੁੰਦੇ ਆ ਜਿਨ੍ਹਾਂ ਨੂੰ ਹੱਥੋਂ ਗਵਾਚੇ ਪੁੱਤ ਦੁਬਾਰਾ ਲੱਭ ਜਾਂਦੇ ਆ। ਸੋ ਇੱਕ ਪਾਸੇ ਪੂਰਨ ਦਾ ਤਿਆਗ ਆ, ਦੂਜੇ ਪਾਸੇ ਦੁਨੀਆਦਾਰੀ ਆ ਜਿਹੜੀ ਇਹ ਸਮਝਦੀ ਆ ਕਿ ਪੁੱਤਰਾਂ ਨਾਲ ਹੀ ਦੁਨੀਆ 'ਚ ਸਾਡੀ ਨਿਸ਼ਾਨੀ ਤੇ ਸਾਂਝ ਕਾਇਮ ਰਹਿੰਦੀ ਹੈ। ਪੂਰਨ ਹੋ ਟੁਰਿਆ ਵਿਦਾ ਇਛਰਾ ਤੋਂ, ਕਿੱਸਾ ਜੋੜਿਆ ਸੀ ਕਾਦਰ ਯਾਰ ਲੋਕੋ। ਤਾਂ ਕਾਦਰ ਯਾਰ ਦੱਸਦਾ ਹੈ ਕਿ ਬਿਲਕੁਲ ਸੱਚੀ ਗੱਲ ਆ, ਪੂਰਨ ਵਿਦਾ ਹੋ ਕੇ ਚਲਿਆ ਗਿਆ ਤੇ ਮੈਂ ਇਹ ਕਿੱਸਾ ਜੋੜ ਕੇ ਲਿਖ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਤੋ ਇਹ ਤਰਫ ਤੁਰਿਆ ਗੁਰੂ ਆਪਣੇ ਦੀ, ਜਾ ਕੇ ਚਰਨਾਂ ਤੇ ਸੀਸ ਨਿਵਾਮਦਾਈ। ਪਹਿਲਾਂ ਜਾਏ ਪਰ ਦੱਖਣਾ ਤਿੰਨ ਕਰਦਾ, ਮੁੱਖੋਂ ਆਦ ਅਲਖ ਜਗਾਮਦਾਈ। ਸਾਰੇ ਸੰਤਾਂ ਨੂੰ ਫਿਰ ਡੰਡੌਤ ਕਰਕੇ ਆਸਣ ਲਾਏ ਧੂਆਂ ਫਿਰ ਪਾਵਦਾਈ। ਕਾਦਰ ਯਾਰ ਫਿਰ ਪੁੱਛਿਆ ਗੁਰੂ ਪੂਰੇ, ਮਾਈ ਬਾਪ ਦਾ ਹਾਲ ਸੁਣਾਵਦਾਈ। ਅੱਗੋਂ ਪੂਰਨ ਫਿਰ ਆਪਣੇ ਡੇਰੇ ਤੇ ਚਲਿਆ ਜਾਂਦਾ, ਜੋਗੀਆਂ ਵਾਲੇ ਡੇਰੇ ਤੇ ਗੋਰਖਨਾਥ ਦੇ ਜਾ ਕੇ ਉਹਦੇ ਵੱਲ ਪਹੁੰਚ ਕੇ ਉਹਦੇ ਪੈਰਾਂ ਤੇ ਸਿਰ ਝੁਕਾਉਂਦਾ ਹੈ ਤੇ ਫਿਰ ਪ੍ਰਦਖਣਾ ਮਤਲਬ ਪਰਿਕਰਮਾ ਕਰਦਾ ਹੈ 3 ਵਾਰੀ ਤੇ ਮੂੰਹੋਂ ਉਹੀ ਜੋਗੀਆਂ ਵਾਲਾ ਆਦ ਅਲਖ ਨਿਰੰਜਨ ਪਰਮਾਤਮਾ ਦਾ ਨਾਮ ਜਪਦਾ ਹੈ। ਸਾਰੇ ਸੰਤਾਂ ਨੂੰ ਫਿਰ ਉਹ ਲੰਬਾ ਪੈ ਕੇ ਡੰਡੌਤ ਨਮਸਕਾਰ ਕਰਦਾ ਹੈ, ਆਸਣ ਲਾ ਕੇ ਸਮਾਧੀ ਲਾ ਕੇ ਧੂਆਂ ਲਗਾਉਂਦਾ ਹੈ ਜਿਵੇਂ ਜੋਗੀ ਧੂਣੀ ਲਾਉਂਦੇ ਨੇ। ਤੇ ਫਿਰ ਜਦੋਂ ਗੁਰੂ ਗੋਰਖਨਾਥ ਉਸ ਤੋਂ ਮਾਂ ਬਾਪ ਦਾ ਹਾਲ ਪੁੱਛਦਾ ਤੇ ਪੂਰਨ ਆਪਣੇ ਮਾਂ ਬਾਪ ਦਾ ਹਾਲ ਦੱਸਦਾ। ਸੋ ਇੱਥੇ ਜੋਗ ਮਤ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਜੋਗੀ ਆਪਣੇ ਮੋਹ ਮਾਇਆ ਦੇ ਬੰਧਨ 'ਚੋਂ ਨਿਰਲੇਪ ਹੋ ਕੇ ਆਪਣੇ ਪਰਮਾਤਮਾ ਦੀ ਭਗਤੀ ਦੇ ਵਿੱਚ, ਤਿਆਗ ਦੇ ਵਿੱਚ ਲੱਗ ਜਾਂਦੇ ਨੇ, ਲੀਨ ਲਾ ਲੈਂਦੇ ਨੇ ਤੇ ਦੁਨੀਆ 'ਚ ਜਿਹੜੀ ਆਪਣੀ ਸਾਂਝ ਹੈ ਉਹ ਨੇਕੀ ਦੇ ਕੰਮਾਂ ਦੀ ਹੀ ਰੱਖਦੇ ਆ, ਪਰ ਉਸ ਦੇ ਵਿੱਚ ਖਚਿਤ ਨਹੀਂ ਹੁੰਦੇ। ਵਿਦਿਆਰਥੀਓ, ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਵਿਸ਼ੇਸ਼ ਲੈਕਚਰ ਦਾ ਬਹੁਤ ਆਨੰਦ ਮਾਣਿਆ ਹੋਵੇਗਾ। ਜੋਗ ਮਤ ਬਾਰੇ, ਮਿਥਿਹਾਸਕ ਕਥਾਵਾਂ ਬਾਰੇ ਤੇ ਕਾਦਰ ਯਾਰ ਦੀ ਕਾਵ ਕਲਾ ਬਾਰੇ ਬਹੁਤ ਕੁਝ ਜਾਣਿਆ ਹੋਵੇਗਾ। ਤੁਹਾਡਾ ਸਾਹਿਤਿਕ ਸਵਾਦ ਹੋਰ ਵੀ ਜ਼ਿਆਦਾ ਪ੍ਰਬਲ ਤੇ ਪ੍ਰਚੰਡ ਹੋਇਆ ਹੋਵੇਗਾ। ਇਸ ਉਮੀਦ ਨਾਲ ਬਹੁਤ ਬਹੁਤ ਸ਼ੁਕਰੀਆ।